ਸ਼ਲੋਕ ਮਹੱਲਾ ਪੰਜਵਾਂ। ਲੱਗੜੀ ਸੋ ਥਾਨ ਜੋੜਨ ਹਾਰੈ ਜੋੜੀਆ। ਨਾਨਕ ਲਹਿਰੀ ਲਖ ਸੈਆਨ ਡੁੱਬਣ ਦੇ ਨਾ ਮਾਪਿਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਦੀ ਕਿਰਪਾ ਸਦਕਾ ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਤਿਸ ਦੇ ਤਹਿਤ ਗੁਜਰੀ ਰਾਗ ਦੀ ਦੂਸਰੀ ਵਾਰ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਮੁਖਾਂ ਦੀ ਅਵਸਥਾ ਨੂੰ ਬਿਆਨ ਕਰ ਰਹੇ ਹਨ। ਕੱਲ੍ਹ ਦੇ ਦੀਵਾਨਾਂ ਅੰਦਰ ਵੀ ਆਪ ਜੀ ਨੇ ਇਸੇ ਬਾਬਤ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕੀਤੀ ਸੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ, ਗੁਰਮੁਖ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਨਾਮ ਦਾ ਬਾਣੀ ਦਾ ਅਭਿਆਸ ਕੀਤਾ ਹੈ, ਜਦੋਂ ਵਾਹਿਗੁਰੂ ਨਾਲ ਪ੍ਰੀਤ ਪੈ ਗਈ ਤੇ ਸਮਝ ਆਈ ਹੈ ਕਿ ਸਾਡੀ ਜੋ ਇਹ ਵਾਹਿਗੁਰੂ ਨਾਲ ਪ੍ਰੀਤ ਪਈ ਹੈ, ਇਹ ਸਾਡੇ ਆਪਣੇ ਉਦਮ ਕਰਕੇ ਨਹੀਂ, ਸਾਡੇ ਆਪਣੇ ਯਤਨ ਕਰਕੇ ਨਹੀਂ, ਇਹ ਵਾਹਿਗੁਰੂ ਨੇ ਤਰਸ ਕੀਤਾ ਹੈ, ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਹੈ, ਸੰਸਾਰ ਦੇ ਵਿੱਚ ਭਾਵੇਂ ਕਿੰਨੇ ਵੀ ਵਿਕਾਰ ਠਾਠਾਂ ਮਾਰ ਰਹੇ ਹਨ, ਦੁਨੀਆ ਦਾ ਕੋਈ ਵੀ ਵਿਕਾਰ, ਕੋਈ ਵੀ ਔਗਣ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਆ ਸਕਦਾ। ਉਹਨਾਂ ਦੇ ਜੀਵਨ ਨੂੰ ਕੋਈ ਕਿਸੇ ਤਰ੍ਹਾਂ ਕਰਕੇ ਕੋਈ ਵੀ ਵਿਕਾਰ ਡੁਲਾ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਆਓ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ। ਇੱਕ ਦਫਾ ਪਿਆਰ ਸਹਿਤ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪੰਜਵਾਂ। ਲੱਗੜੀ ਸੋ ਥਾਨ ਜੋੜਨ ਹਾਰੈ ਜੋੜੀਆ। ਗੁਰਮੁਖਾਂ ਦੀ ਪ੍ਰੀਤ ਵਾਹਿਗੁਰੂ ਦੇ ਨਾਲ ਲੱਗੀ ਹੈ, ਸ੍ਰੇਸ਼ਟ ਥਾਂ ਤੇ ਲੱਗ ਗਈ ਹੈ। ਸੁਰਤ ਉਹਨਾਂ ਦੀ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜੀ ਹੈ। ਤੇ ਗੁਰਮੁਖ ਕਹਿ ਦਿੰਦੇ ਨੇ, ਜੋੜਨ ਹਾਰੈ ਜੋੜੀਆ। ਸਾਡੀ ਇਹ ਸੁਰਤ ਸਾਡੇ ਉਦਮ ਨਾਲ ਨਹੀਂ ਜੁੜੀ, ਇਹ ਵਾਹਿਗੁਰੂ ਪਰਮਾਤਮਾ ਨੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਕਿ ਸਾਡੇ ਅੰਦਰ ਉਹਨੇ ਆਪਣੀ ਪ੍ਰੀਤ ਪੈਦਾ ਕੀਤੀ ਹੈ, ਸਾਡੀ ਸੁਰਤ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਹੈ। ਭਾਵ ਗੁਰਮੁਖਾਂ ਦੇ ਅੰਦਰ ਨਿਮਰਤਾ ਆ ਜਾਂਦੀ ਹੈ। ਸੰਸਾਰਕ ਬਿਰਤੀ ਦੇ ਵਿੱਚ ਜਦੋਂ ਮਨੁੱਖ ਹੁੰਦਾ ਹੈ ਤਾਂ ਉਹਦਾ ਇਹੀ ਹੁੰਦਾ ਹੈ ਕਿ ਉਹ ਭਾਵੇਂ ਚੰਗੇ ਕਰਮ ਵੀ ਕਰੇ, ਉਹ ਕਹਿੰਦਾ ਹੈ ਮੈਂ ਕੀਤਾ ਹੈ, ਮੇਰੇ ਕਰਕੇ ਇਹ ਕੰਮ ਹੋਇਆ ਹੈ। ਪਰ ਗੁਰਮੁਖ ਸ਼ੁਭ ਕਰਮ ਕਰਕੇ ਉਹਦੀ ਬਿਰਤੀ ਕੀ ਹੁੰਦੀ ਹੈ, ਉਹ ਕਹਿੰਦਾ ਕਿ ਹੇ ਵਾਹਿਗੁਰੂ, ਇਹ ਮੈਂ ਨਹੀਂ ਕੀਤਾ, ਇਹ ਸਾਰਾ ਕੁਝ ਕਰਨ ਵਾਲਾ ਤੂੰ ਹੈ।
ਜਿਵੇਂ ਗੁਰੂ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ, ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਈਗੈ ਨਿਰਗੁਣ ਊਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਫਿਰ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਜੋ ਸੰਸਾਰੀ ਬਿਰਤੀ ਵਿੱਚ ਮਨੁੱਖ ਹੈ ਉਹ ਕਹਿੰਦਾ ਨਹੀਂ ਇਹ ਕੰਮ ਮੈਂ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਮਨੁੱਖ ਇਹਨੂੰ ਚੰਗੇ ਕਰਮਾਂ ਦੀ ਵੀ ਹਉਮੈ ਹੁੰਦੀ ਹੈ। ਸਾਰੇ ਕਰਮ ਕਰਦਾ ਹੋਇਆ ਹਉਮੈ ਦੇ ਵਿੱਚ ਹੀ ਕਰੀ ਜਾਂਦਾ ਹੈ, ਕਿਉਂਕਿ ਅੰਦਰ ਉਹ ਪ੍ਰੀਤ ਨਹੀਂ ਬਣੀ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਸਾਰੇ ਕਰਮ ਜਿਹੜੇ ਨੇ ਹਉਮੈ ਦੇ ਵਿੱਚ ਹੀ ਹੋ ਰਹੇ ਨੇ। ਜਿਨ੍ਹਾਂ ਗੁਰਮੁਖਾਂ ਦੀ ਵਾਹਿਗੁਰੂ ਨਾਲ ਪ੍ਰੀਤ ਪੈ ਗਈ, ਉਹਨਾਂ ਦੀ ਕੀ ਬਿਰਤੀ ਹੈ, ਉਹ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ, ਇਹ ਵਾਹਿਗੁਰੂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਨਾਨਕ ਲਹਿਰੀ ਲੱਖ ਸਹਿ ਆਣ, ਡੁੱਬਣ ਦੇ ਨਾ ਮਾਂ ਪੀਰੀ। ਤੇ ਪਾਤਸ਼ਾਹ ਫਰਮਾਨ ਕਰਦੇ ਨੇ, ਭਾਵੇਂ ਵਕਾਰਾਂ ਦੀਆਂ ਲੱਖਾਂ ਲਹਿਰਾਂ ਵੀ ਆ ਜਾਣ, ਉਹ ਜਿਹੜਾ ਸਾਡਾ ਮਾਲਕ ਹੈ ਉਹ ਸਾਨੂੰ ਡੁੱਬਣ ਨਹੀਂ ਦੇਵੇਗਾ। ਨਾਨਕ ਲਹਿਰੀ ਲੱਖ ਸਹਿ ਆਣ, ਡੁੱਬਣ ਦੇ ਨਾ ਮਾਂ ਪੀਰੀ। ਮੇਰਾ ਮਾਲਕ ਵਾਹਿਗੁਰੂ ਪਰਮਾਤਮਾ ਡੁੱਬਣ ਨਹੀਂ ਦੇਵੇਗਾ, ਬਚਾ ਲਵੇਗਾ। ਕਿਸੇ ਵੀ ਤਰ੍ਹਾਂ ਦਾ ਖਤਰਾ ਹੋਵੇ ਉਹ ਸਭ ਪਾਸੇ ਤੋਂ ਰੱਖਿਆ ਕਰ ਲੈਂਦਾ ਹੈ। ਜਿਵੇਂ ਆਪਾਂ ਇਤਿਹਾਸ ਪੜ੍ਹਦੇ ਹਾਂ, ਭਗਤ ਪ੍ਰਹਿਲਾਦ ਜੀ ਨੂੰ ਮਾਰਨ ਦੇ ਕਈ ਯਤਨ ਕੀਤੇ ਗਏ। ਪਹਾੜ ਦੇ ਉੱਪਰੋਂ ਵੀ ਰੇੜਿਆ ਗਿਆ, ਸੁੱਟਿਆ ਗਿਆ, ਪਰ ਭਗਤ ਪ੍ਰਹਿਲਾਦ ਜੀ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਇਹ ਬਾਣੀ ਵਿੱਚ ਬਚਨ ਆਏ ਨੇ, ਗਿਰ ਥਲ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਤੇ ਇਹ ਵੀ ਬਚਨ ਆਉਂਦੇ ਨੇ ਕਿ ਉਸ ਬਾਲਕ ਨੂੰ, ਭਗਤ ਪ੍ਰਹਿਲਾਦ ਨੂੰ, ਕਿਉਂਕਿ ਉਹਦੀ ਉਮਰ ਉਸ ਸਮੇਂ 5 ਸਾਲ ਦੀ ਸੀ, ਕੋਈ ਜ਼ਿਆਦਾ ਵੱਡੀ ਉਮਰ ਨਹੀਂ, 5 ਸਾਲ ਦੀ ਉਮਰ ਦੇ ਵਿੱਚ ਹੀ ਇਹ ਬੰਦਗੀ ਕਰਨ ਲੱਗ ਪਏ। ਧਰੂ ਤੇ ਪ੍ਰਹਿਲਾਦ ਦਾ ਜ਼ਿਕਰ ਆਉਂਦਾ ਹੈ ਕਿ ਇਹਨਾਂ ਦੀ ਇੰਨੀ ਉਮਰ ਦੇ ਵਿੱਚ ਹੀ ਇਹ ਭਗਤੀ ਵਾਲੇ ਪਾਸੇ ਤੁਰ ਪਏ ਸਨ। 5 ਬਰਖ ਕੋ ਅਨਾਥ ਧਰੂ ਬਾਰਕ, ਹਰ ਸਿਮਰਤ ਅਮਰ ਅਟਾਰੇ। ਤਾਂ ਉਸ ਬੰਦ ਕਮਰੇ ਦੇ ਵਿੱਚ ਸੱਪ ਛੱਡ ਕੇ ਭਗਤ ਪ੍ਰਹਿਲਾਦ ਨੂੰ ਬੰਦ ਕਰ ਦਿੱਤਾ ਗਿਆ, ਪਰ ਉਹ ਸੱਪ ਵੀ ਬਾਲਕ ਨਾਲ ਖੇਲਦੇ ਨੇ। ਹਾਲਾਂਕਿ ਸੱਪ ਦਾ ਸੁਭਾਅ ਹੈ, ਬਾਣੀ ਵਿੱਚ ਲਿਖਿਆ ਹੈ, ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਸੱਪੈ ਦੁੱਧ ਪਿਆਈਐ ਵਿਉ ਮੁਖੋਂ ਸੱਟੈ। ਤੇ ਸੱਪ ਪੜਾਈ ਪਾਈਐ ਬਿਖ ਅੰਤਰ ਮਨ ਰੋਸ। ਸੱਪ ਨੂੰ ਪਟਾਰੀ ਵਿੱਚ ਵੀ ਬੰਦ ਕਰੋਗੇ ਪਰ ਉਹਦੇ ਅੰਦਰ ਜਿਹੜਾ ਜ਼ਹਿਰ ਹੈ ਉਹ ਨਹੀਂ ਖਤਮ ਹੋ ਜਾਣਾ। ਪਰ ਉੱਥੇ ਵੇਖੋ ਪਰਮਾਤਮਾ ਨੇ ਐਸੀ ਕਲਾ ਵਰਤਾਈ ਕਿ ਉਹ ਸੱਪ ਸਾਰੇ ਬਾਲਕ ਨਾਲ ਖੇਲਦੇ ਨੇ, ਨੁਕਸਾਨ ਨਹੀਂ ਪਹੁੰਚਾਇਆ, ਕਿਉਂਕਿ ਸਾਰਾ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਇੱਕ ਨਹੀਂ ਭਾਵੇਂ ਲੱਖਾਂ ਹੀ ਵਿਘਨ ਆ ਜਾਣ, ਲੱਖਾਂ ਤਰ੍ਹਾਂ ਦੇ ਵਿਕਾਰ ਔਗਣ ਜਿਹੜੇ ਨੇ ਮਨੁੱਖ ਨੂੰ ਨੁਕਸਾਨ ਪਹੁੰਚਾਉਣਾ ਚਾਹਣ, ਪਰ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਹੈ ਉਹ ਕਿਸੇ ਵੀ ਤਰ੍ਹਾਂ ਜੀਵ ਨੂੰ ਡੁੱਬਣ ਨਹੀਂ ਦਿੰਦਾ, ਬਚਾ ਲੈਂਦਾ ਹੈ। ਜਿਸ ਸਮੇਂ ਭਗਤ ਨਾਮਦੇਵ ਜੀ ਨੂੰ ਆਖਿਆ ਨਾ ਵੀ ਮਰੀ ਹੋਈ ਗਊ ਜਿਉਂਦੀ ਕਰ ਦੇ, ਉਹ ਕਹਿੰਦੇ ਮੇਰਾ ਕੀਤਾ ਹੋਇਆ ਕੁਝ ਨਹੀਂ ਹੋ ਸਕਦਾ, ਹਾਂ ਉਹ ਪਰਮਾਤਮਾ ਕਰ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਵਾਜ਼ ਫਰਮਾਨ ਕਰ ਰਹੇ ਨੇ ਕਿ ਵਾਹਿਗੁਰੂ ਪਰਮਾਤਮਾ ਦੀ ਪ੍ਰੀਤ ਐਸੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਆਪਣੇ ਸੇਵਕਾਂ ਨੂੰ ਡੁੱਬਣ ਨਹੀਂ ਦਿੰਦਾ, ਭਾਵਨਾ ਦਾ ਨੁਕਸਾਨ ਨਹੀਂ ਹੋਣ ਦਿੰਦਾ। ਮਹੱਲਾ ਪੰਜਵਾਂ।
ਬਾਨ ਪਿਹਾਵਲੈ ਹਿਕ ਸਾਥੀ, ਲੱਦਮ ਦੁਖ ਹਰਤਾ ਹਰ ਨਾਮਾ। ਸੰਸਾਰ ਨੂੰ ਜੰਗਲ ਆਖਿਆ ਗਿਆ ਹੈ। ਉਹਦਾ ਕਾਰਨ ਹੈ ਜਿਹੜਾ ਸੰਸਾਰ ਹੈ ਬੜਾ ਹੀ ਭਿਆਨਕ ਹੈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੈਤਸਰੀ ਰਾਗ ਦੀ ਵਾਰ ਦੇ ਵਿੱਚ ਵੀ ਬਚਨ ਆਉਂਦੇ ਨੇ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਭੇਖ ਸੱਚ ਕਰ ਜਾਣਿਆ। ਇਹ ਜਿਹੜਾ ਸੰਸਾਰ ਹੈ ਮਹਾਰਾਜ ਕਹਿੰਦੇ ਤੇ ਇੱਕ ਬਹੁਤ ਵੱਡਾ ਬੀਆਬਾਨ ਉਜਾੜ ਹੈ। ਮਹਾ ਭਿਆਨ ਉਦਿਆਨ, ਉਦਿਆਨ ਜੰਗਲ ਨੂੰ ਕਹਿੰਦੇ ਨੇ। ਇਹ ਤਾਂ ਜੰਗਲ ਬੜਾ ਭਿਆਨਕ, ਪਰ ਇਹਨੂੰ ਮਨੁੱਖ ਨੇ ਵਸਦਾ ਹੋਇਆ ਸ਼ਹਿਰ ਕਰਕੇ ਮੰਨ ਲਿਆ ਹੈ। ਇਹ ਭਿਆਨਕ ਕਿਵੇਂ ਹੈ? ਜਦੋਂ ਆਪਾਂ ਅੰਦਰਲੀ ਬਿਰਤੀ ਨਾਲ ਵੇਖਾਂਗੇ ਨਾ, ਫਿਰ ਪਤਾ ਲੱਗੇਗਾ ਵੀ ਇਹ ਸੰਸਾਰ ਕਿੰਨਾ ਕੁ ਖਤਰਨਾਕ ਹੈ, ਕਿੰਨਾ ਕੁ ਭਿਆਨਕ ਹੈ। ਇਹ ਬਾਹਰਲੀ ਦ੍ਰਿਸ਼ਟੀ ਨਾਲ ਨਹੀਂ ਦਿਖਦਾ ਵੀ ਇਹ ਭਿਆਨਕ ਹੈ। ਬਾਹਰਲੀ ਦ੍ਰਿਸ਼ਟੀ ਨਾਲ ਤੇ ਸੋਹਣਾ ਲੱਗ ਰਿਹਾ ਹੈ, ਪਰ ਜਦੋਂ ਕਿਸੇ ਦੀ ਅੰਦਰੋਂ ਅੱਖ ਖੁੱਲ੍ਹਦੀ ਹੈ, ਸਮਝ ਆਉਂਦੀ ਹੈ, ਫਿਰ ਪਤਾ ਲੱਗਦਾ ਵੀ ਇਹ ਸੰਸਾਰ ਕਿੰਨਾ ਭਿਆਨਕ ਹੈ। ਭਗਤ ਕਬੀਰ ਸਾਹਿਬ ਜੀ, ਉਹਨਾਂ ਦੇ ਕੁਝ ਚੇਲੇ ਸ਼ਿਸ਼, ਇੱਕ ਦਿਨ ਬਨਾਰਸ ਵਿੱਚ ਬੜਾ ਵੱਡਾ ਮੇਲਾ ਹੋ ਰਿਹਾ ਸੀ ਤੇ ਭਗਤ ਕਬੀਰ ਸਾਹਿਬ ਨੂੰ ਕਹਿੰਦੇ ਨੇ, ਭਗਤ ਜੀ ਚਲੋ ਆਓ ਮੇਲਾ ਵੇਖਣ ਚੱਲੀਏ, ਬੜੀ ਦੁਨੀਆ ਇਕੱਠੀ ਹੋਈ ਹੈ, ਬੜਾ ਕੁਝ ਹੋ ਰਿਹਾ ਹੈ। ਭਗਤ ਕਬੀਰ ਸਾਹਿਬ ਜੀ ਨਾਲ ਚੱਲ ਪਏ। ਕਿਤੇ ਵੀ ਰੁਕੇ ਨਹੀਂ, ਵਿੱਚੋਂ ਬਾਜ਼ਾਰ ਦੇ ਲੰਘਦੇ ਜਾ ਰਹੇ ਨੇ। ਸਾਰਾ ਸ਼ਹਿਰ ਕਰੋਸ ਕਰ ਗਏ, ਪਾਰ ਕਰ ਗਏ, ਬਾਹਰ ਬੀਆਬਾਨ ਵਿੱਚ ਚਲੇ ਗਏ। ਜਿੱਥੇ ਕੋਈ ਮਹਾਤਮਾ ਬੈਠਾ ਬੰਦਗੀ ਕਰ ਰਿਹਾ, ਉੱਥੇ ਜਾ ਕੇ ਬੈਠ ਗਏ। ਤੇ ਭਗਤ ਕਬੀਰ ਸਾਹਿਬ ਦੇ ਜਿਹੜੇ ਚੇਲੇ ਨੇ ਉਹ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਸਾਨੂੰ ਇੱਥੇ ਬਾਹਰ ਲੈ ਆਇਓ, ਆਪਾਂ ਮੇਲਾ ਤੇ ਵੇਖਿਆ ਨਹੀਂ, ਇੰਨਾ ਕੁਝ ਹੋ ਰਿਹਾ ਸੀ, ਇੰਨਾ ਵੱਡਾ ਸ਼ਹਿਰ ਹੈ, ਵਿੱਚ ਇੰਨਾ ਕੁਝ ਹੋ ਰਿਹਾ ਸੀ, ਰੰਗ ਰਾਸ ਹੋ ਰਹੇ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਈ ਸਾਡੇ ਵਾਸਤੇ ਤਾਂ ਮੇਲਾ ਇਹੀ ਹੈ ਜਿੱਥੇ ਬੈਠ ਕੇ ਕੋਈ ਰੱਬ ਦਾ ਪਿਆਰਾ ਬੰਦਗੀ ਕਰ ਰਿਹਾ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇਹ ਸਾਰਾ ਸੰਸਾਰ ਬੜਾ ਹੀ ਭਿਆਨਕ ਹੈ, ਬੜਾ ਹੀ ਡਰਾਵਣਾ ਹੈ। ਕਹਿੰਦੇ ਅੰਦਰਲੀ ਅੱਖ ਨਾਲ ਵੇਖੋਗੇ ਫਿਰ ਪਤਾ ਲੱਗੇਗਾ। ਉਸ ਤਰ੍ਹਾਂ ਨਹੀਂ ਪਤਾ ਲੱਗਦਾ ਮਨੁੱਖ ਨੂੰ, ਸਗੋਂ ਮਨੁੱਖ ਤਾਂ ਇਹਨੂੰ ਵਸਦਾ ਹੋਇਆ ਸ਼ਹਿਰ ਕਰਕੇ ਮੰਨੀ ਜਾਂਦਾ ਹੈ। ਪਰ ਕਹਿੰਦੇ ਜਦੋਂ ਕੋਈ ਮਨੁੱਖ ਨਾਮ ਜਪ ਕੇ ਅੰਦਰੋਂ ਜਾਗਰਤ ਹੁੰਦਾ ਹੈ, ਫਿਰ ਉਹਨੂੰ ਪਤਾ ਲੱਗਦਾ ਹੈ ਕਿ ਏਕਸ ਹਰਿ ਕੇ ਨਾਮ ਬਿਨ, ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਓਜਰ ਮੇਰੇ ਭਾਏ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਵਾਸਤੇ ਤਾਂ ਉਜਾੜ ਹੈ ਜਿੱਥੇ ਨਾਮ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਨੇ, 12ਵਾਂ ਦੀ ਬਾਣੀ ਆਪਾਂ ਪੜ੍ਹਦੇ ਸੁਣਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ, ਜਿਤ ਘਰ ਹਰ ਕੰਤ ਨਾ ਪ੍ਰਗਟਈ, ਭਾਠ ਨਗਰ ਸੇ ਗਰਾਮ। ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਹੈ, ਸਿਮਰਨ ਨਹੀਂ ਹੈ, ਉਹ ਵਸਦੇ ਹੋਏ ਨਗਰ ਇਸ ਤਰ੍ਹਾਂ ਨੇ ਜਿਵੇਂ ਭੱਠਾ ਜਿੱਥੇ ਲੱਗਾ ਹੁੰਦਾ ਨਾ, ਤਪਦਾ ਹੈ ਨਾ ਜ਼ਮੀਨ ਉੱਥੇ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿੱਥੇ ਵਾਹਿਗੁਰੂ ਦਾ ਨਾਮ ਨਹੀਂ ਹੈ, ਉੱਥੇ ਕੀ ਹੈ, ਭੱਠੇ ਦੀ ਤਰ੍ਹਾਂ ਤਪਸ਼ ਹੁੰਦੀ ਹੈ, ਹਰ ਸਮੇਂ ਦੁੱਖ ਕਲੇਸ਼ ਹੁੰਦਾ ਹੈ। ਫਿਰ ਮਹਾਰਾਜ ਜੀ ਦੇ ਵੀ ਬਚਨ ਹਨ, ਜਿੱਥੇ ਸਿਮਰਨ ਨਹੀਂ ਹੈ, ਜਿੱਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੈ, ਤੇ ਮਹਾਰਾਜ ਭਗਤ ਕਬੀਰ ਸਾਹਿਬ ਜੀ ਉੱਥੇ ਬਿਆਨ ਕਰਦੇ ਨੇ, ਕਹਿੰਦੇ ਜਿੱਥੇ ਕਬੀਰ ਜੇ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾਏ, ਤੇ ਕਰ ਮਰਹਟ ਸਾਰਖੇ, ਭੂਤ ਬਸੈ ਤਿੰਨ ਮਾਹੇ। ਭੂਤ ਕਿੱਥੇ ਵਸਦੇ ਨੇ? ਉਦਿਆਨ ਬੀਆਬਾਨ ਜੰਗਲਾਂ ਦੇ ਵਿੱਚ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਬਨ ਪਿਹਾਵਲੈ ਹਿਕ ਸਾਥੀ ਲੱਦਮ।
ਇਹ ਸੰਸਾਰ ਬੜਾ ਭਿਆਨਕ ਜੰਗਲ ਹੈ। ਅਸੀਂ ਇਹਦੇ ਵਿੱਚ ਸੁੱਖ ਨਾਲ ਰਹਿਣ ਵਾਸਤੇ ਇੱਕ ਸਾਥੀ ਲੱਭ ਲਿਆ ਹੈ। ਦੁੱਖ ਹਰਤਾ ਹਰਨਾਮਾ, ਉਹ ਹੈ ਵਾਹਿਗੁਰੂ ਦਾ ਨਾਮ। ਸੰਸਾਰ ਦੁੱਖਾਂ ਦੀ ਅੱਗ ਦੇ ਵਿੱਚ ਸੜ ਰਿਹਾ ਹੈ। ਕੇਵਲ ਵਾਹਿਗੁਰੂ ਦਾ ਨਾਮ ਹੀ ਬਚਾ ਸਕਦਾ ਹੈ। ਪਾਤਸ਼ਾਹ ਫਰਮਾਨ ਕਰ ਰਹੇ ਹਨ, ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਪਰ ਇਹ ਨਾਮ ਮਿਲਦਾ ਕਿੱਥੋਂ ਹੈ? ਗੁਰੂ ਸੰਤ ਦੇ ਕੋਲੋਂ। ਇੱਥੇ ਸੰਤ ਦਾ ਭਾਵ ਹੈ ਗੁਰੂ। ਆਪਣੇ ਗੁਰੂ ਤੋਂ ਬਲਿਹਾਰ ਜਾਈਏ, ਸਦਕੇ ਜਾਈਏ, ਜਿਨ੍ਹਾਂ ਨੇ ਸਾਨੂੰ ਨਾਮ ਦਾ ਦਾਨ ਬਖਸ਼ਿਆ ਹੈ। ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਵੇਖੋ, ਸਾਨੂੰ ਗੁਰੂ ਪਾਤਸ਼ਾਹ ਨੇ ਨਾਮ ਨਾਲ ਜੋੜਤਾ, ਬਾਣੀ ਨਾਲ ਜੋੜਤਾ। ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ ਹੈ। ਜਿਹੜਾ ਮਨੁੱਖ ਰੋਜ਼ ਆਪਣੇ ਘਰ ਵਿੱਚ 2 ਘੰਟੇ 4 ਘੰਟੇ ਨਾਮ ਬਾਣੀ 'ਤੇ ਲਾਉਂਦਾ ਹੈ, ਉਹਦਾ ਕਦੇ ਕੋਈ ਕਾਰਜ ਅਧੂਰਾ ਰਹਿ ਹੀ ਨਹੀਂ ਸਕਦਾ। ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ ਹੈ ਨਾ, ਜਿੱਥੇ ਸਿਮਰਨ ਚੱਲਦਾ ਹੈ, ਬਾਣੀ ਦਾ ਜਾਪ ਚੱਲਦਾ ਹੈ, ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਕਾਰਜ ਅਧੂਰਾ ਰਹਿ ਨਹੀਂ ਸਕਦਾ। ਗੁਰ ਪੂਰਾ ਜਿਨ ਸਿਮਰਿਆ, ਸੇਈ ਭੇ ਨਿਹਾਲ। ਨਾਨਕ ਨਾਮ ਆਰਾਧਨਾ, ਕਾਰਜ ਆਵੈ ਰਾਸ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਨਾਮ ਜਪਿਆ ਕਰੋ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ। ਵੱਡਾ ਭਾਗ ਗੁਰਮੁਖ ਹਰ ਲੈਣਾ। ਤੇ ਸਾਨੂੰ ਤੇ ਮਹਾਰਾਜ ਨੇ ਵੇਖੋ ਮਾਰਗ ਸਭ ਨਾਲੋਂ ਵਧੀਆ ਦਿੱਤਾ ਸੰਸਾਰ ਵਿੱਚ। ਆਪਾਂ ਜਦੋਂ ਇਸਲਾਮ ਮਤ ਵੱਲ ਵੇਖੀਏ, ਮੁਸਲਮਾਨ ਵੀਰ 5 ਨਮਾਜ਼ਾਂ ਪੜ੍ਹਦੇ ਨੇ। ਉਹ ਨਮਾਜ਼ ਚੱਲਦੇ ਹੋਏ ਨਹੀਂ ਪੜ੍ਹ ਸਕਦੇ, ਉਹਨਾਂ ਨੂੰ ਬੈਠ ਕੇ ਨਮਾਜ਼ ਪੜ੍ਹਨੀ ਪਵੇਗੀ। ਇਸੇ ਤਰ੍ਹਾਂ ਜਿਹੜਾ ਹਿੰਦੂ ਧਰਮ ਹੈ, ਸਨਾਤਨ ਧਰਮ ਜਿਹੜਾ, ਉਹਨਾਂ ਦੀ ਜਿਹੜੇ ਹਵਨ ਨੇ, ਜਗ ਨੇ, ਜੋ ਉਹਨਾਂ ਦਾ ਹੈ ਸੰਧਿਆ ਤਰਪਣ, ਉਹ ਵੀ ਉਹਨਾਂ ਨੇ ਇੱਕ ਥਾਂ 'ਤੇ ਕਰ ਸਕਦੇ ਨੇ। ਸਾਨੂੰ ਮਹਾਰਾਜ ਨੇ ਐਸੀ ਕਿਰਪਾ ਕਰਤੀ, ਤੁਸੀਂ ਨੌਕਰੀ 'ਤੇ ਜਾ ਰਹੇ ਹੋ, ਬਾਣੀ ਪੜ੍ਹਨੀ ਸ਼ੁਰੂ ਕਰ ਦਿਓ, ਮੂਲ ਮੰਤਰ ਪੜ੍ਹਨਾ ਸ਼ੁਰੂ ਕਰ ਦਿਓ। ਕੋਈ ਟੀਚਰ ਹੈ, ਕੋਈ ਕਿਸੇ ਵੀ ਨੌਕਰੀ ਕਿਸੇ ਮਹਿਕਮੇ 'ਚ ਹੈ, ਕੋਈ ਡਾਕਟਰ ਹੈ, ਰਸਤੇ ਵਿੱਚ ਘਰੋਂ ਤੁਰਨ ਲੱਗਿਆਂ ਬਾਣੀ ਪੜ੍ਹੀ ਚੱਲੋ, ਜਾਂਦਿਆਂ ਵੀ, ਆਉਂਦਿਆਂ ਵੀ, ਨੌਕਰੀ ਕਰਦਿਆਂ ਵੀ। ਤੇ ਆਪਣੇ ਘਰਾਂ ਵਿੱਚ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਅਮਰੀਕਾ ਦੇ ਇੱਕ ਡਾਕਟਰ ਦੀ ਗੱਲ ਆਉਂਦੀ ਹੈ ਭਾਈ ਵੀਰ ਸਿੰਘ ਦੇ ਜੀਵਨ ਦੇ ਵਿੱਚ, ਕਿ ਉਹਨੇ ਕਿਹਾ ਵੀ ਮੈਂ ਨਾਮ ਕਿਵੇਂ ਜਪਾਂ, ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ। ਚਿੱਠੀ ਲਿਖ ਕੇ ਭੇਜੀ ਸੀ। ਉਸ ਸਮੇਂ ਚਿੱਠੀਆਂ ਦਾ ਸਮਾਂ ਹੁੰਦਾ ਸੀ, ਕਿਉਂਕਿ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਭਾਈ ਵੀਰ ਸਿੰਘ ਤੋਂ ਬੜਾ ਮੁਤੱਸਰ ਸੀ, ਬੜਾ ਜੁੜਿਆ ਹੋਇਆ ਸੀ। ਤੇ ਭਾਈ ਵੀਰ ਸਿੰਘ ਕਹਿੰਦੇ ਵੀ ਤੈਨੂੰ ਜੁਗਤੀ ਦੱਸ ਦਿੰਦੇ ਆ, ਜਦੋਂ ਆਪਣੇ ਘਰ ਤੋਂ ਜਾਣਾ ਹੈ, ਕਹਿੰਦੇ ਵੀ ਸਮਾਂ ਕਿੰਨਾ ਲੱਗਦਾ? ਕਹਿੰਦੇ 2 ਘੰਟੇ ਜਾਣ 'ਤੇ ਲੱਗਦੇ ਨੇ, 2 ਘੰਟੇ ਆਉਣ 'ਤੇ ਲੱਗਦੇ ਨੇ। ਕਹਿੰਦੇ ਬਸ ਗੱਡੀ ਵਿੱਚ ਜਾਂਦਿਆਂ ਗੱਲ ਨਹੀਂ ਕਰਨੀ, ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ, ਨਾਮ। 2 ਘੰਟੇ ਜਾਂਦਿਆਂ 2 ਘੰਟੇ ਆਉਂਦਿਆਂ ਕਿੰਨਾ ਹੋ ਗਿਆ ਨਾਮ? 4 ਘੰਟੇ। 4 ਘੰਟਿਆਂ ਵਿੱਚ ਪਤਾ ਕਿੰਨੇ ਜਪਜੀ ਸਾਹਿਬ ਦੇ ਪਾਠ ਹੋ ਜਾਂਦੇ ਨੇ? ਇੱਕ ਪਾਠ ਜੇ ਆਪਾਂ ਜਪਜੀ ਸਾਹਿਬ ਦਾ ਆਰਾਮ ਨਾਲ ਕਰੀਏ ਨਾ, ਤੇ 15 ਮਿੰਟ 'ਚ ਆਰਾਮ ਨਾਲ ਹੋ ਜਾਂਦਾ, ਬਹੁਤ ਆਰਾਮ ਨਾਲ। 4 ਪਾਠ 1 ਘੰਟੇ ਵਿੱਚ ਹੋ ਗਏ, 2 ਘੰਟਿਆਂ ਵਿੱਚ 8 ਪਾਠ ਹੋ ਗਏ, ਤੇ 4 ਘੰਟਿਆਂ ਵਿੱਚ 16 ਪਾਠ ਹੋ ਗਏ। ਚੌਪਈ ਸਾਹਿਬ ਜੀ ਦੇ 42 ਪਾਠ ਹੋ ਜਾਂਦੇ ਨੇ। ਇਸ ਤਰ੍ਹਾਂ ਬਾਣੀ ਦੇ ਨਾਲ ਉਹ ਜਦੋਂ ਇਹਨਾਂ ਨੇ ਇਹ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਉਹ ਕਹਿੰਦੇ ਸਮਾਂ ਹੀ ਬੜਾ ਸੀ ਨਾਮ ਜਪਣ ਦਾ ਸੀ, ਤੇ ਪਹਿਲਾਂ ਸਮਾਂ ਐਵੇਂ ਹੀ ਗਵਾ ਦਿੱਤਾ। ਉਹਨਾਂ ਨੇ ਬਾਅਦ ਵਿੱਚ ਚਿੱਠੀ ਲਿਖੀ, ਧੰਨਵਾਦ ਤੁਹਾਡਾ ਸਾਨੂੰ ਬਾਣੀ ਨਾਲ ਜੋੜਨ ਵਾਸਤੇ। ਵੇਖੋ ਮਹਾਰਾਜ ਨੇ ਸੌਖਾ ਮਾਰਗ ਦਿੱਤਾ ਹੈ। ਤੁਸੀਂ ਰਸਤੇ ਵਿੱਚ ਜਾ ਰਹੇ ਹੋ, ਆ ਰਹੇ ਹੋ, ਬਾਣੀ ਪੜ੍ਹੀ ਚੱਲੋ। ਗੁਰਦੁਆਰੇ ਆ ਰਹੇ ਹੋ, ਘਰੋਂ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਲਈਏ, 1 2 4 ਜਿੰਨਾ ਵੀ ਕਿਸੇ ਦਾ ਪਿੰਡ ਹੈ ਉਸ ਹਿਸਾਬ ਨਾਲ ਪਾਠ ਹੋ ਜਾਂਦੇ ਨੇ। ਜੇ ਨਹੀਂ ਤਾਂ ਮੂਲ ਮੰਤਰ ਦਾ ਪਾਠ ਕਰਦੇ ਆਓ। ਜਿਵੇਂ ਕੋਈ ਫੋਨ ਆ ਜਾਂਦਾ ਵਿੱਚ, ਕੋਈ ਆਪਾਂ ਮੂਲ ਮੰਤਰ ਦਾ ਪਾਠ ਨਾਲੇ ਬੰਦਾ ਪਾਠ ਵੀ ਕਰੀ ਜਾਂਦਾ, ਵਿੱਚ ਕੋਈ ਫੋਨ ਆ ਗਿਆ ਬੰਦਾ ਸੁਣ ਵੀ ਲੈਂਦਾ, ਕਿਉਂਕਿ ਇਹ ਪਾਠ ਛੇਤੀ ਸਮਾਪਤ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਮਹਾਰਾਜ ਨੇ ਸੌਖਾ ਮਾਰਗ ਦੇ ਦਿੱਤਾ ਗੁਰਮਤਿ ਦਾ। ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ, ਖਾਂਦਿਆਂ, ਪੀਂਦਿਆਂ ਮਹਾਰਾਜ ਕਹਿੰਦੇ ਨਾਮ ਜਪੋ, ਬਾਣੀ ਪੜ੍ਹੀ ਚੱਲੋ। ਇਹ ਬਾਣੀ ਤੁਹਾਡਾ ਸਾਥ ਦੇਵੇਗੀ।
ਬਾਣੀ ਹੀ ਤੁਹਾਡੀ ਰੱਖਿਆ ਕਰੇਗੀ। ਪਾਤਸ਼ਾਹ ਫਰਮਾਨ ਕਰਦੇ ਨੇ, ਸਾਨੂੰ ਗੁਰੂ ਪਾਤਸ਼ਾਹ ਨੇ ਨਾਮ ਦੇ ਦਿੱਤਾ, ਆਪਣੇ ਗੁਰੂ ਤੋਂ ਸਦਕੇ ਜਾਈਏ। ਇਸ ਨਾਮ ਦੀ ਬਦੌਲਤ ਸਾਡੇ ਸਾਰੇ ਕੰਮ ਪੂਰੇ ਹੋ ਗਏ। ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕਾਮਾ। ਕਰਕੇ ਵੇਖ ਲਓ, ਜਿਹਦੇ ਕੋਈ ਕਾਰਜ ਅਟਕੇ ਹੋਏ ਨੇ ਤੇ ਤੁਸੀਂ ਅਭਿਆਸ ਕਰ ਦਿਓ ਬਾਣੀ ਦਾ ਆਪਣੇ ਘਰ ਦੇ ਵਿੱਚ। 2-4 ਜਿੰਨਾ ਵੱਡਾ ਕਾਰਜ ਹੈ ਉਨਾ ਅਭਿਆਸ ਜ਼ਿਆਦਾ ਕਰਨਾ ਪਵੇਗਾ। ਤੇ ਕਰਕੇ ਵੇਖ ਲਓ, ਮਹਾਰਾਜ ਆਪੇ ਵਿਧੀ ਬਣਾ ਦਿੰਦੇ ਹਨ। ਪਾਤਸ਼ਾਹ ਫਰਮਾਨ ਕਰਦੇ ਨੇ, ਪੌੜੀ ਪਾਈਣ ਸਭ ਨਿਧਾਨ ਤੇਰੇ ਰੰਗ ਰਤਿਆਂ। ਸਾਰੇ ਖਜ਼ਾਨੇ ਮਿਲ ਜਾਂਦੇ ਨੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰਤਿਆ ਹੋਇਆਂ। ਨਾ ਹੋਵੀ ਪਛੋਤਾਓ ਤੁਧਨੋਂ ਜਪਤਿਆਂ। ਸੰਸਾਰ ਦੇ ਮਨੁੱਖ ਕਿੰਨੇ ਵੀ ਕੰਮ ਕਰੇ, ਕਿੰਨੀਆਂ ਵੀ ਪ੍ਰਾਪਤੀਆਂ ਕਰ ਲਵੇ, ਜਦੋਂ ਬਜ਼ੁਰਗ ਹੁੰਦਾ ਹੈ ਨਾ, ਉਦੋਂ ਪਛਤਾਉਂਦਾ ਵੀ ਮੈਂ ਤਾਂ ਕੁਝ ਵੀ ਨਹੀਂ ਕਰ ਸਕਿਆ। ਪਰ ਜਿਹਨੇ ਨਾਮ ਜਪਿਆ ਉਹਨੂੰ ਕਦੇ ਪਛਤਾਣਾ ਨਹੀਂ ਪੈਂਦਾ। ਨਾ ਹੋਵੀ ਪਛੋਤਾਓ ਤੁਧਨੋਂ ਜਪਤਿਆਂ, ਪਹੁੰਚ ਨਾ ਸਕੈ ਕੋਏ ਤੇਰੀ ਟੇਕ ਜਨ। ਜਿਸ ਜਨ ਨੂੰ ਤੇਰੀ ਟੇਕ ਹੈ ਉਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਦੁਨੀਆ ਦਾ ਕੋਈ ਵੀ ਮਨੁੱਖ ਕਿੰਨਾ ਵੀ ਵੱਡੇ ਤੋਂ ਵੱਡਾ ਹੋਵੇ, ਉਹ ਰੱਬ ਦੀ ਬੰਦਗੀ ਕਰਨ ਵਾਲੇ ਦੇ ਬਰਾਬਰ ਨਹੀਂ ਹੋ ਸਕਦਾ। ਗੁਰ ਪੂਰੇ ਵਾਹੋ ਵਾਹੋ, ਸੁਖ ਲਾਹ ਚਿਤਾਰ ਮਨ। ਆਪਣੇ ਪੂਰੇ ਗੁਰੂ ਦੀ ਵਡਿਆਈ ਕਰਿਆ ਕਰੀਏ, ਪੂਰੇ ਗੁਰੂ ਤੋਂ ਸਦਕੇ ਜਾਈਏ। ਕਿਉਂਕਿ ਪੂਰੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਮਨ ਜਿਵੇਂ ਜਿਵੇਂ ਜੁੜਦਾ ਬਾਣੀ ਨਾਲ ਸੁਖ ਮਿਲਦਾ ਹੈ। ਜੇ ਆਪਾਂ ਸੰਸਾਰ ਨੂੰ ਚੇਤੇ ਕਰਾਂਗੇ, ਜਿੰਨਾ ਓਨਾ ਦੁਖੀ ਹੋਵਾਂਗੇ। ਜਿੰਨਾ ਨਾਮ ਜਪਾਂਗੇ ਓਨਾ ਹੀ ਆਪਾਂ ਨੂੰ ਸੁਖ ਮਿਲੇਗਾ। ਗੁਰ ਪੈ ਸਿਫਤ ਭੰਡਾਰ ਕਰਮੀ ਪਾਈ ਹੈ। ਗੁਰੂ ਦੇ ਕੋਲ ਵਾਹਿਗੁਰੂ ਦੀਆਂ ਸਿਫਤਾਂ ਦੇ ਭੰਡਾਰੇ ਭਰੇ ਪਏ ਨੇ, ਪਰ ਇਹ ਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰ ਨਦਰ ਨਿਹਾਲ ਬੋੜ ਨਾ ਧਾਈ ਹੈ। ਜਿਹਦੇ ਤੇ ਸਤਿਗੁਰੂ ਦੀ ਨਜ਼ਰ ਹੋ ਜਾਵੇ ਉਹ ਨਿਹਾਲ ਹੋ ਜਾਂਦਾ ਹੈ, ਉਹਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਰਹਿ ਜਾਂਦੀ। ਰੱਖੈ ਆਪ ਦਿਆਲ ਕਰ ਦਾਸਾਂ ਆਪਣੇ। ਵਾਹਿਗੁਰੂ ਪਰਮਾਤਮਾ ਆਪਣੇ ਦਾਸਾਂ ਦੀ ਰੱਖਿਆ ਆਪ ਕਰਦਾ ਹੈ, ਆਪ ਉਹਨਾਂ ਦੇ ਅੰਗ ਸੰਗ ਹੋ ਕੇ ਵਰਤਦਾ ਹੈ। ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਹਰ 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 ਨਾਮ ਜੀਵਾ ਸੁਣ ਸੁਣੇ। ਗੁਰਮੁਖਾਂ ਦੀ ਕੀ ਅਵਸਥਾ ਹੈ, ਉਹ ਹਰ ਸਮੇਂ ਵਾਹਿਗੁਰੂ ਦੇ ਨਾਮ ਨੂੰ ਸੁਣਦੇ ਨੇ, ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜਦੇ ਨੇ, ਤੇ ਇਸ ਕਰਕੇ ਉਹਨਾਂ ਨੂੰ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੁਆਰਾ ਉਪਦੇਸ਼ ਬਖਸ਼ਿਆ ਹੈ। ਸੋ ਗੁਰਮੁਖੋ, ਬਾਣੀ ਦਾ ਅਭਿਆਸ ਰਸਤੇ ਵਿੱਚ ਜਾਂਦਿਆਂ ਆਉਂਦਿਆਂ ਉੱਠਦਿਆਂ ਬਹਿੰਦਿਆਂ ਆਪਣੇ ਕੋਲ ਬੜਾ ਸਮਾਂ ਇੱਦਾਂ ਨਿਕਲ ਆਵੇਗਾ। ਜੇ ਆਪਾਂ ਨਾਮ ਜਪਣਾ ਚਾਹੀਏ, ਬਾਣੀ ਪੜ੍ਹਨੀ ਚਾਹੀਏ ਨਾ, ਬੜਾ ਸਮਾਂ ਹੈ। ਗੁਰਦੁਆਰੇ ਆਉਂਦਿਆਂ ਜਾਂਦਿਆਂ ਕਿਤੇ ਵੀ ਕੰਮ ਜਾ ਰਹੇ ਆਪਾਂ, ਹੋਰ ਨਹੀਂ ਤੇ ਜੇ ਤੁਸੀਂ ਪਾਰਕ ਵਿੱਚ ਸੈਰ ਕਰਨ ਵੀ ਗਏ ਹੋ, ਕਿਸੇ ਨਾਲ ਗੱਲਬਾਤ ਨਾ ਕਰੋ। ਚੌਪਈ ਸਾਹਿਬ ਦੇ ਪਾਠ ਸ਼ੁਰੂ ਕਰ ਲਵੋ, ਜਾਂ ਮੂਲ ਮੰਤਰ ਦਾ ਅਭਿਆਸ ਕਰ ਲਵੋ, ਜਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਸਿਮਰਨ ਸ਼ੁਰੂ ਕਰ ਲਵੋ। ਨਾਲੇ ਸੈਰ ਹੋ ਜਾਵੇਗੀ, ਨਾਲੇ ਸਰੀਰ ਤੰਦਰੁਸਤ ਔਰ ਨਾਲੇ ਮਨ ਆਤਮਾ ਤੰਦਰੁਸਤ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।